कबूतर, जिसे कपोत कहते हैं, यह शांति का प्रतीक माना गया है। एक वक्त कबूतर ही डाकिये का काम करता था। पता चलता है कि 19वीं सदी की शुरुआत में होने वाले पहले विश्व युद्ध तक कबूतर के माध्यम से संदेश भेजा जाता था। दिलचस्प पहलू ये भी है कि कबूतर मीलों तक जाकर यह संदेश देकर पुनः कैसे लौट आते होंगे। कहते हैं कि होमिंग प्रजाति के कबूतर अपनी जगह से 16 किलोमीटर आगे उड़कर जाने पर भी रास्ता भटके बिना वापस लौट आते थे। उनके उड़ने की रफ्तार भी 60 मील प्रति घंटा होती थी, जो कि संदेश एक जगह से दूसरी जगह पहुंचाने के लिए पर्याप्त थी। पक्षी विज्ञानी बताते हैं कि ये कबूतर सूर्य की दिशा, गंध और पृथ्वी की चुंबकत्व से वापस लौटने की दिशा तय करते थे। टेलीग्राफ, टेलीफोन और संदेश पहुंचाने की नई व्यवस्थाओं के साथ कबूतर संदेश भेजना खत्म हो गया है। न्यूजीलैंड की अटागो यूनिवर्सिटी के मनोवैज्ञानिकों ने अपने अध्ययन में पाया कि कबूतरों में शानदार गणितीय क्षमता होती है और वे नंबरों जैसी चीज़ों तथा क्रम व्यवस्था को बेहतर ढंग से समझ सकते हैं। इन तमाम खूबियों के चलते ही यह पक्षी कभी लोगों के दिलों पर राज करता था, लेकिन आधुनिक की अंधी दौड़ में इसके कदरदानों में कमी आती गई। पर ऐसा भी नहीं है कि कबूतरों के प्रति आकर्षण बिल्कुल खत्म हो गया है। आज हम आपको एक ऐसे शख्स से रूबरू करवा रहे हैं जिसका इस पक्षी से याराना अपने आप में एक मिसाल बन गया है। पंजाब में कबूतरों का चलन आज भी निरंतर जारी है। यहाँ के लोग आज कबूतरों को पालने का शौक बड़े दिलचस्पी से करते हैं। कबूतरों में एक नस्ल चीना सफ़ेद होती है। यह कबूतर गेहूँ, दालें, मक्की, बादाम, काजू आदि का सेवन करते हैं और यही शौकीन लोग कबूतरबाजी का शौक रखते हुए कबूतरों की बाजी लगाते हैं, जो लाखों रुपए में लगती है। जिसका कबूतर ज़्यादा समय तक आसमान में उड़ारी मारता है, उसको बड़े बड़े इनामों और ट्रॉफियों से सम्मानित किया जाता है। ਜਿਹੜਾ ਇਹ ਕਬੂਤਰਾਂ ਦਾ ਸ਼ੌਂਕ ਹੈ, ਇਹ ਇੱਕ ਸਭ ਨਾਲੋਂ ਵੱਖਰਾ ਸ਼ੌਂਕ ਆ। ਇਹ ਜਿਹੜੇ ਕਬੂਤਰ ਹੈ, ਇਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਵੱਖਰੇ ਵੱਖਰੇ ਰੂਪ ਨਿਭਾਏ ਆ। ਭਾਵੇਂ ਪਹਿਲਾਂ ਜਿਵੇਂ ਪੁਰਾਣੇ ਰਾਜੇ ਮਹਾਰਾਜਾਂ ਦਾ ਜ਼ਮਾਨਾ ਸੀ, ਉਦੋਂ ਇਹ ਸਾਡੇ ਸੰਦੇਸ਼ ਲੈ ਕੇ ਜਾਂਦੇ ਸੀ। ਕਿ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਅਸੀਂ ਜਿਵੇਂ ਦੇਖੀਏ ਤਾਂ ਇੱਕ ਨੂੰ ਇੱਕ ਪ੍ਰੇਮ ਦਾ ਸੰਦੇਸ਼ ਵਾਹਕ ਵੀ ਮੰਨਿਆ ਗਿਆ। ਤੁਸੀਂ ਫਿਲਮਾਂ ਦੇ ਵਿੱਚ ਵੀ ਇਹਨੇ ਦੇਖੋ ਕਿੰਨੇ ਵਧੀਆ ਵਧੀਆ ਰੋਲ ਅਦਾ ਕੀਤੇ ਨੇ। ਪ੍ਰੇਮ ਦਾ ਸੰਦੇਸ਼ਾ ਲੈ ਕੇ ਆਪਣੇ ਸੱਜਣ ਦੇ ਕੋਲ ਜਾਂਦਾ ਸੀ ਤੇ ਉਹਦਾ ਸੁਨੇਹਾ ਲੈ ਕੇ ਆਪਣੇ ਦੂਜੇ ਸੱਜਣ ਦੇ ਕੋਲ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਹੀ ਅੱਜ ਜਿਵੇਂ ਸ਼ਿਵ ਭੋਲੇ ਨਾਥ ਨੇ, ਜਿਨ੍ਹਾਂ ਨੂੰ ਬ੍ਰਹਿਮੰਡ ਦਾ ਜਿਵੇਂ ਆਪਾਂ ਕਹਿੰਦੇ ਆ ਗਿਆਤਾ ਮੰਨਿਆ ਗਿਆ, ਉਹਨਾਂ ਦੀ ਜਿਹੜੀ ਕਥਾ ਆਉਂਦੀ ਹੈ, ਅਮਰਨਾਥ ਜਿਹੜੀ ਕਥਾ ਹੈ, ਉਹ ਵੀ ਇਹ ਸਾਰੇ ਕਬੂਤਰਾਂ ਦੇ ਜਿਹੜੇ ਚਿੱਟੇ ਆਪਾਂ ਜਿਨ੍ਹਾਂ ਨੂੰ ਚੀਨੇ ਕਬੂਤਰ ਕਹਿੰਦੇ, ਇਹਨਾਂ ਦੇ ਇਰਦ ਗਿਰਦ ਘੁੰਮਦੀ ਹੈ। ਅੱਜ ਦੇ ਸਮੇਂ ਦੇ ਵਿੱਚ ਕਿੱਥੇ ਇਹਨਾਂ ਦੀ ਇਸੇ ਕਰਕੇ ਜਿਹੜਾ ਸਾਉਣ ਦਾ ਮਹੀਨਾ ਆਉਂਦਾ, ਇਹਨੂੰ ਲੋਕ ਬੜਾ ਪਵਿੱਤਰ ਮੰਨਦੇ ਨੇ ਤੇ ਇਹਨਾਂ ਦੀ ਪੂਜਾ ਵੀ ਕਰਦੇ ਆ। ਲੋਕ ਸਪੈਸ਼ਲੀ ਆ ਕੇ ਇਹਨਾਂ ਨੂੰ ਸਾਉਣ ਦੇ ਮਹੀਨੇ ਦੇ ਵਿੱਚ ਸਪੈਸ਼ਲੀ ਆ ਕੇ ਇਹਨਾਂ ਨੂੰ ਦਾਣਾ ਪਾ ਕੇ ਜਾਂਦੇ ਆ ਵੀ ਨਹੀਂ ਇਹ ਸ਼ਿਵ ਭੋਲੇ ਨਾਥ ਦੇ ਉਹ ਕਬੂਤਰ ਨੇ ਜਿਨ੍ਹਾਂ ਨੇ ਕਥਾ ਸੁਣ ਕੇ ਜਿਨ੍ਹਾਂ ਨੂੰ ਅੰਮ੍ਰਿਤਾ ਦਾ ਵਰਦਾਨ ਪ੍ਰਾਪਤ ਹੋਇਆ। ਜਿਹੜਾ ਅੱਜ ਦਾ ਹੁਣ ਜਿਹੜਾ ਸਮਾਂ ਆਇਆ, ਅੱਜ ਦੇ ਸਮੇਂ ਦੇ ਵਿੱਚ ਮੇਨਲੀ ਇਹਨਾਂ ਨੂੰ ਕਬੂਤਰਾਂ ਨੂੰ ਅਸੀਂ ਜਿਵੇਂ ਖੇਡ ਦੇ ਤਰੀਕੇ ਨਾਲ ਲੋਕ ਸ਼ੌਂਕ ਦੇ ਵਜੋਂ ਵਰਤਦੇ ਨੇ। ਵਰਤੋਂ ਤੋਂ ਭਾਵ ਜਿਵੇਂ ਬਾਜ਼ੀਆਂ ਅੱਜ ਤੁਸੀਂ ਕਦੇ ਦੇਖੋਗੇ ਪਿੰਡਾਂ ਦੇ ਵਿੱਚ 4 ਵੇਲੀ ਇਕੱਠੇ ਹੋ ਕੇ, ਦੋਸਤ ਮਿੱਤਰ ਇਕੱਠੇ ਹੋ ਕੇ ਜਿਨ੍ਹਾਂ ਦੇ ਕਬੂਤਰ ਰੱਖੇ ਹੋਏ ਆ, ਉਹ ਇੱਕ ਬਾਜ਼ੀਆਂ ਕਰਾਉਂਦੇ ਆ। ਬਾਜ਼ੀਆਂ ਸ਼ੁਗਲ ਕਰਦੇ ਨੇ, ਬੈਠਦੇ ਨੇ ਇਕੱਠੇ ਹੋ ਕੇ, ਦੇਖਦੇ ਨੇ ਵੀ ਕਿਹਦਾ ਕਬੂਤਰ ਜ਼ਿਆਦਾ ਉੱਡਦਾ ਅਸਮਾਨ ਦੇ ਵਿੱਚ। ਫਿਰ ਉਹਨਾਂ ਦੀ ਉਸੇ ਤਰੀਕੇ ਨਾਲ ਸੰਭਾਲ ਹੁੰਦੀ ਹੈ। ਜਿਵੇਂ ਮੰਨ ਲਓ ਸਾਡੇ ਸਪੈਸ਼ਲੀ ਖੁਰਾਕ ਜਿਹੜੀ ਅਸੀਂ ਦਿੰਦੇ ਹਾਂ ਕਬੂਤਰਾਂ ਨੂੰ, ਉਹ ਜਿਵੇਂ ਬਦਾਮ ਸਪੈਸ਼ਲ ਇਹਨਾਂ ਵਾਸਤੇ ਬਦਾਮ ਮੰਗਾਏ ਜਾਂਦੇ ਆ। ਉਹਨਾਂ ਨੂੰ ਭਿਉਂ ਕੇ ਫਿਰ ਇਹਨਾਂ ਨੂੰ ਕੱਟ ਕੇ ਖਵਾਇਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੀਆਂ ਡਾਈਆਂ ਕਰਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਇੱਕ ਸਪੈਸ਼ਲ ਪਾਣੀ ਆਉਂਦਾ ਜਿਹਦੇ ਨਾਲ ਕਬੂਤਰ ਠੰਡਾ ਰਹਿੰਦਾ। ਅਸੀਂ ਆਪ ਉਹਨੂੰ ਕੁੱਟ ਕੇ ਦਵਾਈਆਂ ਨਾਲ ਉਹ ਪਾਣੀ ਬਣਾਇਆ ਜਾਂਦਾ। ਉਦੋਂ ਬਾਅਦ ਉਸ ਦੀ ਸੰਭਾਲ ਕੀਤੀ ਜਾਂਦੀ ਹੈ। ਸੰਭਾਲ ਕਰਕੇ ਫਿਰ ਉਹਨੂੰ ਆਸਮਾਨ ਦੇ ਵਿੱਚ ਡਾਇਆ ਜਾਂਦਾ ਕਬੂਤਰ ਨੂੰ, ਅਤੇ ਫਿਰ ਜਿਹਦਾ ਕਬੂਤਰ ਲਾਸਟ ਲੇਟ ਬਹਿੰਦਾ ਫਿਰ ਉਹਨੂੰ ਜੇਤੂ ਕਰਾਰ ਦਿੱਤਾ ਜਾਂਦਾ। ਉਹਦਾ ਫਿਰ ਮਾਣ ਸਤਿਕਾਰ ਟਰੋਫੀਆਂ ਦੇ ਨਾਲ ਉਹਦਾ ਮਾਣ ਸਤਿਕਾਰ ਕੀਤਾ ਜਾਂਦਾ। ਇਹ ਬਹੁਤ ਇੱਕ ਪਿਆਰ ਭਾਵਕ ਜਾਨਵਰ ਨੇ, ਜਿਨ੍ਹਾਂ ਨੂੰ ਤੁਸੀਂ ਜਿੰਨਾ ਪਿਆਰ ਕਰੋਗੇ ਇਹ ਉਨਾ ਹੀ ਪਿਆਰ ਤੁਹਾਨੂੰ ਵਾਪਸ ਦਿੰਦੇ ਆ ਮੁੜ ਕੇ। ਉਤਸ਼ਾਹ ਤਾਂ ਹੈ ਜੀ, ਬਹੁਤ ਜ਼ਿਆਦਾ ਉਤਸ਼ਾਹ ਵਾ। ਇਹ ਜਾਣੀ ਕਿ ਇਸ ਵਾਰ ਥੋੜ੍ਹਾ ਜਿਹਾ ਘੱਟ ਆ ਲੋਕਡਾਊਨ ਕਰਕੇ। ਲੋਕਡਾਊਨ ਦੇ ਨਾਲ ਸਾਰੇ ਖਿਡਾਰੀਆਂ ਨਾਲ ਮਿਲਣ ਵਰਤਨ ਨਹੀਂ ਹੋ ਸਕਿਆ ਤੇ ਨਾ ਖਿਡਾਰੀ ਆ ਸਕੇ ਆ। ਕੀ ਮਾਹੌਲ ਹੁੰਦਾ? ਮਾਹੌਲ ਅੱਗੇ ਇਸ ਤੋਂ ਵੀ ਜ਼ਿਆਦਾ ਵਧੀਆ ਮਾਹੌਲ ਹੁੰਦਾ ਵਾ ਵੀ ਆਪੋ ਆਪਣੇ ਦੂਰੋਂ ਦਰੇਡਿਓਂ ਫਾਜ਼ਿਲਕਾ, ਅੰਬੋਰ, ਫਰੀਦਕੋਟ, ਮੁਕਤਸਰ ਏਰੀਆ, ਅੰਮ੍ਰਿਤਸਰ ਏਰੀਆ
ਹਰ ਇੱਕ ਤਰ੍ਹਾਂ ਦੇ ਪਿੰਡਾਂ ਦੇ ਵਿੱਚੋਂ ਵੱਧ ਚੜ ਕੇ ਹਿੱਸਾ ਲੈਣ ਆਉਂਦੇ ਆ, ਖਿਡਾਰੀ ਆਉਂਦੇ ਆ, ਬਹੁਤ ਜ਼ਿਆਦਾ ਆ। ਇਹ ਸਵੇਰ 6 ਵਜੇ ਤੋਂ ਲੱਗ ਕੇ ਹੀ ਸ਼ਾਮ ਦੇ 7 ਵਜੇ ਤੱਕ ਇਹਨਾਂ ਦੀ ਉਡਾਨ ਹੁੰਦੀ ਆ। ਤੇ ਅਦਰਵਾਈਜ਼ ਜੇ ਕਿਸੇ ਦਾ 6 ਵਜੇ ਸ਼ਾਮ ਦੇ 6 ਵਜੇ ਤੱਕ ਕੱਲਾ ਰਹਿ ਜਾਂਦਾ, ਕੱਲਾ ਉੜਦਾ ਰਹਿ ਜਾਂਦਾ ਕਬੂਤਰ, ਉਹ ਵਿਨਰ ਮੰਨਿਆ ਜਾਂਦਾ। ਨੂੰ ਤਾਂ ਜੀ 40 ਸਾਲ ਪਹਿਲਾਂ ਦੇ ਰੱਖਦੇ ਆਉਣੇ ਆ। ਪਹਿਲਾਂ ਘਰ 'ਚ ਨਹੀਂ ਸੀ ਕੋਈ ਰੱਖਦਾ, ਬਚਪਨ ਤੋਂ ਹੀ ਬਸ ਛੋਟੇ ਹੁੰਦੇ ਰੱਖਣ ਲੱਗ ਗਏ, ਸ਼ੌਂਕ ਬਣ ਗਿਆ, ਹੁਣ ਤੱਕ ਚੱਲੇ ਆਉਣੇ ਆ, ਛੱਡੀ ਜਾਂਦੇ ਆ। ਕੀ ਸੁਨੇਹਾ ਲੱਗਦਾ ਕਬੂਤਰ ਨੂੰ ਦੇਖ ਕੇ ਤੁਹਾਨੂੰ? ਬਸ ਸ਼ੌਂਕ ਹੈ ਜੀ, ਆਪਦਾ ਪੂਰਾ ਕਰੀ ਜਾਂਦੇ ਆ। ਉਹ ਤਾਂ ਕੀ ਆ, ਬਸ ਆਪਦਾ ਬਾਜ਼ੀਆਂ ਛੱਡ ਲੈਂਦੇ ਆ, ਜਿੱਤ ਵੀ ਜਾਂਦੇ ਆ, ਹਾਰ ਵੀ ਜਾਂਦੇ ਆ। ਸ਼ੌਂਕ ਦੇ ਕਬੂਤਰ ਮੈਨੂੰ ਹੋ ਗਏ 10 ਸਾਲ ਸਾਹਮਣੇ ਨਹੀਂ। ਅੱਜ ਵੀ ਸ਼ੌਂਕ ਉਹ ਤਾਜ਼ਾ ਜੀ ਮੇਰਾ। ਜਿਹੜਾ ਪਹਿਲਾਂ ਸੀਗਾ ਇਹ ਕਬੂਤਰ ਨਹੀਂ ਜੀ, ਮਹਾਰਾਜ ਪਹਿਲਾਂ ਵੀ ਰੱਖਿਆ ਹੁੰਦਾ ਸੀਗਾ, ਉਹ ਚਿੱਠੀ ਇੱਕ ਦੂਜੇ ਘਰ ਪਹੁੰਚਾਉਂਦੇ ਸੀ ਪਹਿਲਾਂ ਜੀ। ਅੱਜ ਕੱਲ੍ਹ ਬਸ ਨਵੀਂ ਤਕਨੀਕ ਆ ਜੀ। ਅੱਜ ਵੀ ਸਾਡੀ ਉਹੀ ਸੋਚ ਆਈ ਜੀ ਪਹਿਲਾਂ ਸੀਗੀ, ਵੀ ਸਾਡਾ ਸ਼ੌਂਕ ਤਾਜ਼ਾ ਰਹੇ, ਸਾਡੇ ਕਬੂਤਰ ਸਾਡੇ ਕੋਲ ਨੇ। ਪਹਿਲਾਂ ਸਾਡਾ ਬਜ਼ੁਰਗਾਂ ਸੀ, ਹੁਣ ਆਪਦਾ ਸਾਡਾ ਚੱਲਦੀ ਕਿਉਂਕਿ 10 ਸਾਲ ਹੋ ਗਏ ਇਹਨਾਂ ਨੂੰ ਸਾਂਭਦੇ ਹੀ, ਪੂਰਾ ਉਹਦਾ ਸ਼ੌਂਕ ਪੂਰਾ ਕਰ ਰਹੇ ਜੀ। ਤੇ ਆਪਦੇ ਬਦਾਮ ਬੂਮ ਪਾਈ ਦੇ, ਸਭ ਕੁਛ ਆਪਦੇ ਨਾਲ ਮਿਹਨਤ ਇੰਨਾ ਹੀ ਵੱਧ ਕਰਦੀ ਅਸੀਂ। ਇਹ ਬਚਪਨ 'ਚ ਆਇਆ ਜੀ, ਮੈਂ ਉਦੋਂ 5ਵੀਂ ਕਲਾਸ 'ਚ ਪੜ੍ਹਦਾ ਸੀ ਜਦੋਂ ਮੈਂ ਕਬੂਤਰ ਰੱਖਦਾ ਸੀ। ਹਾਂ ਜੀ, ਹੁਣ ਮੇਰੀ 50 ਸਾਲ ਦੀ ਉਮਰ ਹੋ ਗਈ, ਮੈਂ ਉਦੋਂ 12 ਸਾਲ ਦਾ ਸੀ ਜਦੋਂ ਮੈਂ ਕਬੂਤਰ ਰੱਖਣ ਲੱਗ ਗਿਆ ਸੀ। ਉਦੋਂ ਦੇ ਬਾਜ਼ੀਆਂ ਛੱਡਦੇ ਵੀ ਆ, ਜਿੱਤਦੇ ਵੀ ਆ, ਹਾਰਦੇ ਵੀ ਆ। पंजाब के बरनाला से जसवीर सिंह, ब्यूरो रिपोर्ट, सच कहूँ। देश विदेश की तमाम खबरों से जुड़े रहने के लिए सब्सक्राइब करें सच कहूँ और बेल आइकन प्रेस करके पाएं हर लेटेस्ट अपडेट सबसे पहले।